ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋ ਨ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀ ਭਰ ਰਹੇ ਗੁਰੂ ਪਿਆਰੇ, ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਗੁਰੂ ਦਰਬਾਰ ਅੰਦਰ ਜੁੜ ਬੈਠ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਪੜ੍ਹਨ ਦਾ, ਸੁਣਨ ਦਾ, ਵਿਚਾਰਨ ਦਾ ਇਹ ਸੁਹਾਵਣਾ ਸਮਾਂ ਪ੍ਰਾਪਤ ਹੋਇਆ। ਇਸ ਦੀਵਾਨ ਦੇ ਵਿੱਚ ਰੋਜ਼ਾਨਾ ਹੀ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ ਦੀ ਵਿਚਾਰ ਦੇ ਨਾਲ ਜੁੜਦੇ ਹਾਂ। ਉਹ ਰੋਜ਼ਾਨਾ ਇੱਕ ਪੌੜੀ ਦਾ ਪਾਠ ਅਤੇ ਵਿਚਾਰ ਕੀਤੀ ਜਾਂਦੀ ਹੈ। ਹੁਣ ਤੱਕ ਅਸੀਂ 7 ਪੌੜੀਆਂ ਦੀ ਵਿਚਾਰ ਸਰਵਣ ਕੀਤੀ ਹੈ। ਅੱਜ ਆਪ ਜੀ ਨੇ 8ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਆਓ ਇਸ 8ਵੀਂ ਪੌੜੀ ਨੂੰ ਅਰਥਾਂ ਸਮੇਤ ਵਿਚਾਰੀਏ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਸੁਣਿਐ ਸਿੱਧ ਪੀਰ ਸੁਰਨਾਥ। ਇਸ ਪੌੜੀ ਨੂੰ ਪੜ੍ਹਨ ਤੋਂ ਪਹਿਲਾਂ ਜਿਹੜਾ ਇਹ ਪਹਿਲਾ ਅੱਖਰ ਹੈ ਸੁਣਿਐ, ਇਹਦੇ ਉਚਾਰਨ ਦੇ ਵਿੱਚ ਅਸੀਂ ਬਹੁਤ ਸਾਰਾ ਅੰਤਰ ਸੁਣਦੇ ਹਾਂ। ਕਈ ਵਾਰ ਇਹਦਾ ਪਾਠ ਸੁਣੀਐ ਕੀਤਾ ਜਾਂਦਾ ਹੈ, ਕਈ ਪਾਠ ਸੁਣੀਏ ਕਰਦੇ ਨੇ। ਇਹਦਾ ਸਹੀ ਪਾਠ ਹੈ ਸੁਣਿਐ। ਐੜੇ ਦੇ ਉੱਪਰ ਦੁਲਾਵਾਂ ਨੇ ਅਤੇ ਨਾਣੇ ਨੂੰ ਸਿਹਾਰੀ ਹੈ। ਆਮ ਤੌਰ ਤੇ ਨਾਣੇ ਨੂੰ ਬਿਹਾਰੀ ਲਾ ਕੇ ਉਚਾਰਨ ਕੀਤਾ ਜਾਂਦਾ ਸੁਣੀਐ, ਪਰ ਪਾਠ ਹੈ ਸੁਣਿਐ। ਹੁਣ ਇਹਦੇ ਅਰਥਾਂ ਵਿੱਚ ਵੀ ਬਹੁਤ ਫਰਕ ਪੈ ਜਾਂਦਾ। ਜੇ ਨਾਣੇ ਨੂੰ ਅਸੀਂ ਬਿਹਾਰੀ ਲਾ ਕੇ ਉਚਾਰਨ ਕਰਾਂਗੇ ਸੁਣੀਐ, ਸੁਣੀਐ ਦਾ ਅਰਥ ਹੋਰ ਹੈ, ਸੁਣਿਐ ਦਾ ਅਰਥ ਹੋਰ ਹੈ। ਜੇ ਅਸੀਂ ਬਿਹਾਰੀ ਦੇ ਨਾਲ ਉਚਾਰਨ ਕਰਾਂਗੇ ਉਹਦਾ ਅਰਥ ਹੋਵੇਗਾ ਵੀ ਸੁਣੋ, ਸੁਣੀਐ। ਉਹਦਾ ਅਰਥ ਹੋਵੇਗਾ ਜਿਵੇਂ ਅਸੀਂ ਕਿਸੇ ਨੂੰ ਕਹੀਏ ਵੀ ਭਾਈ ਸੁਣੋ, ਤੇ ਸੁਣਿਐ ਦਾ ਅਰਥ ਹੈ ਸੁਣਨ ਦੇ ਨਾਲ। ਇੱਥੇ ਇਹਦਾ ਅਰਥ ਹੈ ਸੁਣਨ ਦੇ ਨਾਲ ਸੁਣਿਐ, ਕਿਉਂਕਿ ਇਹਨਾਂ ਸਾਰੀਆਂ ਪੌੜੀਆਂ ਦੇ ਵਿੱਚ 11 ਨੰਬਰ ਪੌੜੀ ਤੱਕ ਹਰ ਪੰਕਤੀ ਵਿੱਚ ਇਹ ਪਾਠ ਆਵੇਗਾ ਸੁਣਿਐ। ਸਿੱਧ ਪੀਰ ਸੁਰਨਾਥ। ਸੁਣਨ ਦੇ ਨਾਲ, ਸੁਣਨ ਦੀ ਇੰਨੀ ਮਹਾਨਤਾ, ਇੰਨੀ ਮਹਿਮਾ ਹੈ। ਜੇ ਅਸੀਂ ਵੇਖੀਏ ਕਿ ਬੱਚੇ ਦਾ ਜਨਮ ਹੁੰਦਾ ਹੈ, ਉਹ ਆਪਣੇ ਕੰਨਾਂ ਦੇ ਨਾਲ ਸਾਡੀਆਂ ਆਵਾਜ਼ਾਂ ਸੁਣਦਾ ਹੈ। ਅਸੀਂ ਉਸ ਬੱਚੇ ਦੇ ਸਾਹਮਣੇ ਕਈ ਤਰ੍ਹਾਂ ਦੇ ਲਫ਼ਜ਼ ਬੋਲਦੇ ਹਾਂ। ਉਹ ਜਿਉਂ-ਜਿਉਂ
ਸਿਆਣਾ ਹੁੰਦਾ ਜਾਂਦਾ ਹੈ, ਉਹਦੀ ਸਮਝ ਵੱਧਦੀ ਜਾਂਦੀ ਹੈ, ਉਹ ਸਾਡੀਆਂ ਗੱਲਾਂ ਨੂੰ ਸੁਣ ਕੇ ਫਿਰ ਉਵੇਂ ਬੋਲਦਾ ਹੈ। ਰੱਬ ਨਾ ਕਰੇ ਜੇ ਕਿਸੇ ਬੱਚੇ ਨੂੰ ਜਨਮ ਤੋਂ ਸੁਣਾਈ ਨਾ ਦਿੰਦਾ ਹੋਵੇ, ਬੱਚਾ ਬਹਿਰਾ ਹੋਵੇ, ਬੋਲਾ ਹੋਵੇ, ਤਾਂ ਉਹ ਬੋਲਾ ਹੋਣ ਦੇ ਨਾਲ ਨਾਲ ਗੂੰਗਾ ਵੀ ਹੋਏਗਾ। ਜੇ ਉਹਨੂੰ ਸੁਣਦਾ ਨਹੀਂ ਹੈ ਬਚਪਨ ਤੋਂ ਹੀ ਤੇ ਉਹ ਬੋਲ ਵੀ ਨਹੀਂ ਸਕੇਗਾ, ਕਿਉਂਕਿ ਉਹਨੇ ਬੋਲਣਾ ਸਿੱਖਣਾ ਹੈ ਸੁਣ ਕੇ। ਤੇ ਸੁਣਨ ਦੀ ਜੀਵਨ ਦੇ ਵਿੱਚ ਕਿੱਡੀ ਵੱਡੀ ਮਹਾਨਤਾ ਹੈ। ਸਤਿਗੁਰੂ ਮਹਾਰਾਜ ਜੀ ਨੇ ਇਹਨਾਂ 4 ਪੌੜੀਆਂ ਦੇ ਵਿੱਚ ਸੁਣਨ ਦੀ ਮਹਾਨਤਾ, ਸੁਣਨ ਦੀ ਮਹਿਮਾ ਬਿਆਨ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਸੁਣਨ ਦੇ ਨਾਲ, ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਸਿੱਧ, ਪੀਰ, ਸੁਰ, ਨਾਥ, ਹੁਣ ਇਹ ਆਪਣੇ ਆਪਣੇ ਫਿਰਕਿਆਂ ਦੇ ਵਿੱਚ, ਆਪਣੇ ਆਪਣੇ ਮਤ ਮਤਾਂਤਰਾਂ ਦੇ ਵਿੱਚ ਸਭ ਤੋਂ ਜਿਹੜੀ ਉੱਚੀ ਸਿਖਰਲੀ ਪਦਵੀ ਹੈ, ਜੋਗੀਆਂ ਦੇ ਵਿੱਚ ਸਭ ਤੋਂ ਭਾਵ ਜਿਹੜਾ ਉੱਤਮ ਦਰਜਾ ਸਿੱਧ, ਭਾਵ ਜਿਹਨੇ ਆਪਣੀ ਸਾਧਨਾ ਪੂਰੀ ਕਰ ਲਈ ਹੈ, ਜਿਹਨੇ ਆਪਣੀ ਸਾਧਨਾ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ, ਉਹ ਹੈ ਪੁੱਗਿਆ ਹੋਇਆ ਜੋਗੀ, ਸਿੱਧ। ਪੀਰ, ਮੁਸਲਮਾਨ ਫਿਰਕੇ ਦੇ ਵਿੱਚ ਪੀਰ ਨੂੰ ਬਹੁਤ ਉੱਚਾ ਦਰਜਾ ਪ੍ਰਾਪਤ ਹੈ। ਸੁਰ, ਦੇਵਤੇ ਲੋਕ, ਹਿੰਦੂਆਂ ਦੇ ਵਿੱਚ ਦੇਵਤੇ ਨੂੰ ਪੂਜਿਆ ਜਾਂਦਾ, ਪੂਜਣਯੋਗ ਹੈ, ਬੜੀ ਉੱਚੀ ਪਦਵੀ ਹੈ ਸੁਰ ਦੀ, ਦੇਵਤੇ ਦੀ। ਨਾਥ, ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਕਿ ਪਰਮਾਤਮਾ ਦੇ ਨਾਮ ਨੂੰ ਸੁਣਨ ਦੇ ਨਾਲ ਸਿੱਧਾਂ, ਪੀਰਾਂ, ਦੇਵਤਿਆਂ ਤੇ ਨਾਥਾਂ ਵਾਲੀ ਉੱਚੀ ਪਦਵੀ, ਉੱਚਾ ਰੁਤਬਾ ਪ੍ਰਾਪਤ ਹੋ ਜਾਂਦਾ ਹੈ। ਭਾਵ ਜਿੰਨੀ ਭਾਵਨਾ ਦੇ ਨਾਲ, ਜਿੰਨੇ ਅਦਬ ਨਾਲ, ਜਿੰਨੇ ਸਤਿਕਾਰ ਦੇ ਨਾਲ ਕਿਸੇ ਸਿੱਧ ਨੂੰ ਪੂਜਿਆ ਜਾਂਦਾ ਹੈ, ਪੀਰ ਨੂੰ ਪੂਜਿਆ ਜਾਂਦਾ ਹੈ, ਦੇਵਤਿਆਂ ਨੂੰ ਪੂਜਿਆ ਜਾਂਦਾ ਹੈ, ਨਾਥਾਂ ਨੂੰ ਮੰਨਿਆ ਜਾਂਦਾ ਹੈ, ਜੇ ਕੋਈ ਨਾਮ ਨੂੰ ਸੁਣਦਾ ਹੈ ਨਾ, ਨਾਮ ਨੂੰ ਸੁਣਨ ਵਾਲੇ ਨੂੰ ਵੀ ਸਿੱਧਾ ਪੀਰਾਂ, ਦੇਵਤਿਆਂ ਤੇ ਨਾਥਾਂ ਦੇ ਵਾਂਗ ਪੂਜਿਆ ਜਾਵੇਗਾ। ਇੰਨੀ ਉੱਚੀ ਪਦਵੀ ਨਾਮ ਨੂੰ ਸੁਣਨ ਦੇ ਨਾਲ ਪ੍ਰਾਪਤ ਹੋ ਜਾਂਦੀ ਹੈ। ਜਦੋਂ ਅਸੀਂ ਉਹ ਸ਼ਬਦ ਪੜ੍ਹਦੇ ਹਾਂ, ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆੜ ਦਮ ਕੋ ਛੀਪਰੋ ਹੋਇਓ ਲਖੀਣਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਨੀ ਗਹੀਰਾ, ਰਵਿਦਾਸ ਟਵੰਤਾ ਢੋਰ ਨੀਤ ਤਿਨ ਤਿਆਗੀ, ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਨਿਆ। ਤੇ ਅੱਗੇ ਕਹਿੰਦੇ ਇਹ ਵਿਦ ਸੁਣ ਕੇ ਜਾਟ ਰੋ, ਉਠ ਭਗਤੀ ਲਾਗਾ। ਸੁਣ ਕੇ ਵੀ ਇਹਨਾਂ ਦੇ ਜੀਵਨ ਵਿੱਚ ਆਹ ਤਬਦੀਲੀ ਆ ਗਈ, ਇਹ ਗੱਲ ਸੁਣ ਕੇ ਭਗਤ ਧੰਨਾ ਜੀ ਪਰਮਾਤਮਾ ਦੀ ਭਗਤੀ ਵਿੱਚ ਲੱਗ ਗਏ। ਸੁਣ ਕੇ ਰਵਿਦਾਸ ਜੀ, ਕਬੀਰ ਜੀ, ਨਾਮਦੇਵ ਜੀ, ਸੈਨ ਜੀ ਦੇ ਬਾਰੇ ਸੁਣ ਕੇ ਭਗਤ ਧੰਨਾ ਜੀ ਵੀ ਰੱਬ ਦੀ ਭਗਤੀ ਕਰਨ ਲੱਗ ਪਏ। ਤੇ ਸੁਣਨ ਕਰਕੇ ਫਿਰ ਕੀ ਪ੍ਰਾਪਤੀ ਹੋਈ? ਇਹ ਵਿਦ ਸੁਣ ਕੇ ਜਾਟ ਰੋ, ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਈਆਂ, ਧੰਨਾ ਵਡ ਭਾਗਾ। ਸੁਣਨ ਦੀ ਕਿੱਡੀ ਵੱਡੀ ਮਹਾਨਤਾ ਹੈ। ਸੁਣਨ ਦੇ ਨਾਲ ਸਿੱਧਾਂ, ਪੀਰਾਂ, ਦੇਵਤਿਆਂ ਤੇ ਨਾਥਾਂ ਵਾਲੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਸੁਣਿਆ ਧਰਤ ਧਵਲ ਆਕਾਸ਼, ਇਹਦਾ ਪਾਠ ਕਰਾਂਗੇ। ਆਕਾਸ਼ ਐੜੇ ਨੂੰ ਵੀ ਕਰਨਾ ਹੈ। ਸੁਣਿਆ ਧਰਤ ਧਵਲ ਆਕਾਸ਼, ਭਾਵ ਨਾਮ ਨੂੰ ਸੁਣਨ ਕਰਕੇ ਇਹ ਗਿਆਨ ਹੋ ਜਾਂਦਾ ਹੈ, ਇਹ ਪਤਾ ਲੱਗ ਜਾਂਦਾ ਹੈ ਕਿ ਇਹ ਧਰਤੀ ਦਾ ਆਸਰਾ ਉਹ ਪਰਮਾਤਮਾ ਆਪ ਹੈ, ਇਹ ਸਾਰੇ ਆਕਾਸ਼ ਦਾ ਆਸਰਾ ਉਹ ਵਾਹਿਗੁਰੂ ਆਪ ਹੈ। ਕਿ ਧਰਤੀ ਤੇ ਆਕਾਸ਼ ਨੂੰ ਸਹਾਰਾ ਦੇਣ ਵਾਲਾ ਧਵਲ ਉਹ ਪਰਮਾਤਮਾ ਆਪ ਹੈ, ਵਾਹਿਗੁਰੂ। ਧਰਤੀ ਦਾ ਉਹ ਆਸਰਾ ਹੈ, ਆਕਾਸ਼ ਦਾ ਉਹ ਆਸਰਾ ਹੈ। ਜਾਂ ਇਹਨਾਂ ਚੀਜ਼ਾਂ ਦੇ ਸੰਕੇਤਕ ਜਿਹੜੇ ਅਰਥ ਨੇ, ਹੁਣ ਧਰਤੀ ਵਾਲਾ ਜਿਹੜਾ ਗੁਣ ਹੈ,
ਉਹ ਇੱਕ ਭਗਤ ਦੇ ਜੀਵਨ ਵਿੱਚ ਹੋਣਾ ਚਾਹੀਦਾ, ਐਸਾ ਗੁਰਬਾਣੀ ਦਾ ਫਰਮਾਨ ਹੈ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ ਨਾ, ਜਿਉ ਵਸਦਾ ਕੋ ਖੋਦਾ ਕੋ ਚੰਦਨ ਲੇਪ। ਵਸਦਾ ਧਰਤੀ, ਧਰਤੀ ਨੂੰ ਕੋਈ ਤਾਂ ਖੋਦਦਾ, ਟੋਏ ਪੁੱਟਦਾ, ਕੋਈ ਉਹਦੇ ਤੇ ਚੰਦਨ ਦਾ ਲੇਪ ਕਰਦਾ। ਤੇ ਜਿਹੜੀ ਧਰਤੀ ਹੈ ਉਹ ਚੰਦਨ ਦਾ ਲੇਪ ਕਰਨ ਵਾਲੇ ਦੇ ਨਾਲ ਬਹੁਤਾ ਮੋਹ ਨਹੀਂ ਕਰਦੀ, ਤੇ ਜਿਹੜਾ ਉਹਦੇ ਉੱਤੇ ਟੋਏ ਪੁੱਟਦਾ ਜਾਂ ਗੰਦਗੀ ਦੇ ਢੇਰ ਲਾਉਂਦਾ ਹੈ, ਧਰਤੀ ਉਹਦੇ ਨਾਲ ਕੋਈ ਈਰਖਾ ਨਹੀਂ ਕਰਦੀ। ਭਾਵ ਦਵੈਖ ਈਰਖਾ ਤੋਂ ਜਿਹੜੀ ਹੈ ਨਾ, ਧਰਤੀ ਜਿਹੜੀ ਉਹ ਨਿਰਲੇਪ ਹੈ। ਧਰਤੀ ਦੇ ਵਿੱਚ ਬੜਾ ਵੱਡਾ ਧੀਰਜ ਹੈ, ਬੜਾ ਵੱਡਾ ਹੌਸਲਾ ਹੈ, ਬੜਾ ਵੱਡਾ ਜਿਗਰਾ ਹੈ। ਪਰਮਾਤਮਾ ਦੇ ਨਾਮ ਨੂੰ ਸੁਣਨ ਕਰਕੇ ਧਰਤੀ ਵਰਗਾ ਹੌਸਲਾ ਧੀਰਜ ਵੀ ਮਨੁੱਖ ਦੇ ਜੀਵਨ ਵਿੱਚ ਆ ਜਾਂਦਾ ਹੈ। ਸੁਣਿਆ ਧਰਤ ਧਵਲ ਆਕਾਸ਼। ਪਰਮਾਤਮਾ ਦੇ ਨਾਮ ਨੂੰ ਸੁਣਨ ਕਰਕੇ ਇਹ ਸਮਝ ਆ ਜਾਂਦੀ ਹੈ ਕਿ ਉਹ ਵਾਹਿਗੁਰੂ ਧਰਤੀ ਔਰ ਆਕਾਸ਼ ਦਾ ਆਸਰਾ ਹੈ, ਸਹਾਰਾ ਹੈ। ਉਹੀ ਇਸ ਧਰਤੀ ਨੂੰ ਸੰਭਾਲੀ ਬੈਠਾ ਹੈ। ਧਰਤੀ ਦੇ ਹੇਠਾਂ ਕੋਈ ਬੌਲਦ ਨਹੀਂ ਖਲੋਤਾ, ਧਰਮ ਰੂਪੀ ਬੌਲਦ। ਧਰਮ ਭਾਵ ਉਸ ਪਰਮਾਤਮਾ ਦਾ ਹੁਕਮ, ਉਸ ਪਰਮਾਤਮਾ ਦਾ ਹੁਕਮ ਹੀ ਇਸ ਧਰਤੀ ਨੂੰ ਟਿਕਾਈ ਬੈਠਾ ਹੈ। ਤੇ ਉਸ ਪਰਮਾਤਮਾ ਨੇ ਹੀ ਬਿਨ ਥੰਮਾ ਗਗਨ ਰਹਾਇਆ। ਥੰਮਾ ਤੋਂ ਬਿਨਾਂ ਉਸ ਵਾਹਿਗੁਰੂ ਨੇ ਆਕਾਸ਼ ਨੂੰ ਟਿਕਾਇਆ ਹੋਇਆ। ਇਹ ਸਾਰੀ ਸੋਝੀ, ਇਹ ਸਾਰਾ ਗਿਆਨ ਨਾਮ ਨੂੰ ਸੁਣਨ ਕਰਕੇ ਪ੍ਰਾਪਤ ਹੋ ਜਾਂਦਾ ਹੈ। ਸੁਣਿਆ ਦੀਪ ਲੋ ਪਾਤਾਲ। ਗੁਰਬਾਣੀ ਨੇ ਕਿਸੇ ਚੀਜ਼ ਨੂੰ ਭਾਵੇਂ ਗਿਣਤੀ ਮਿਣਤੀ ਵਿੱਚ ਨਹੀਂ ਬੰਨਿਆ। ਪਰਮਾਤਮਾ ਨੂੰ ਬੇਅੰਤ ਆਖਿਆ, ਪਰਮਾਤਮਾ ਦੀ ਕੁਦਰਤ ਨੂੰ ਵੀ ਬੇਅੰਤ ਆਖਿਆ। ਪਰ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਰਚੇ ਗਏ ਧਾਰਮਿਕ ਗ੍ਰੰਥਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਗਿਣਤੀ ਮਿਣਤੀ ਮੌਜੂਦ ਹੈ। ਜਿਵੇਂ ਹੁਣ ਇੱਥੇ ਦੀਪ ਲਫ਼ਜ਼ ਆਇਆ, ਧਰਮ ਗ੍ਰੰਥਾਂ ਦੇ ਵਿੱਚ 7 ਦੀਪ ਮੰਨੇ ਗਏ ਨੇ। ਲੋ ਦਾ ਅਰਥ ਹੈ ਲੋਕ। 3 ਲੋਕ ਮੰਨੇ ਗਏ ਨੇ, ਸੁਰਗਾ ਮੱਛ ਪਿਆਲੇ। ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ। 3 ਲੋਕ ਮੰਨੇ ਨੇ। ਪਤਾਲ ਤੇ ਇਹ 7 ਪਤਾਲ ਇਸਲਾਮ ਦੇ ਵਿੱਚ ਅਸੀਂ ਪੜ੍ਹਦੇ ਹਾਂ, ਉਹਨਾਂ ਨੇ 7 ਪਤਾਲ ਮੰਨੇ ਨੇ। ਇੰਜ ਇਹ ਗਿਣਤੀ ਸਾਨੂੰ ਬਾਹਰੋਂ ਪ੍ਰਾਪਤ ਹੁੰਦੀ ਹੈ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨਾਮ ਨੂੰ ਸੁਣਨ ਕਰਕੇ ਸੋਝੀ ਹੋ ਜਾਂਦੀ ਹੈ। ਦੀਪ ਲੋ ਪਾਤਾਲ ਇਹ ਸਾਰੇ ਬਹੁਵਚਨੀ ਸ਼ਬਦ ਨੇ। ਦੀਪ ਲਫ਼ਜ਼ ਵੀ ਬਹੁਵਚਨ ਦੇ ਵਿੱਚ ਹੈ, ਕਿਉਂਕਿ ਜੇਕਰ ਪੱਪੇ ਨੂੰ ਔਂਕੜ ਲੱਗਾ ਹੁੰਦਾ ਤਾਂ ਇੱਕ ਦੀਪ ਦੀ ਗੱਲ ਹੋਣੀ ਸੀ। ਸੁਣਿਆ, ਸੁਣਨ ਦੇ ਨਾਲ ਦੀਪ ਲੋ ਪਾਤਾਲ ਇਹ ਸੋਝੀ ਹੋ ਜਾਂਦੀ ਹੈ ਕਿ ਸਾਰੇ ਦੀਪਾਂ ਵਿੱਚ, ਸਾਰੇ ਲੋਕਾਂ ਵਿੱਚ, ਸਾਰੇ ਪਤਾਲਾਂ ਵਿੱਚ ਉਹ ਪਰਮਾਤਮਾ ਰਮਿਆ ਹੋਇਆ ਹੈ। ਉਹ ਪਰਮਾਤਮਾ ਸਭ ਥਾਈਂ ਹਾਜ਼ਰ ਨਾਜ਼ਰ ਹੈ। ਇਹ ਸੋਝੀ, ਇਹ ਗਿਆਨ ਨਾਮ ਨੂੰ ਸੁਣਨ ਕਰਕੇ ਹੋ ਜਾਂਦਾ ਹੈ। ਹੁਣ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰ ਰਹੇ ਹੋਈਏ ਤੇ ਜਿਵੇਂ ਜਿਵੇਂ ਅਸੀਂ ਪਾਠ ਕਰਦੇ ਜਾ ਰਹੇ ਹਾਂ, ਤਿਵੇਂ ਤਿਵੇਂ ਅਰਥ ਸਾਡੇ ਜ਼ਿਹਨ ਵਿੱਚ, ਸਾਡੇ ਧਿਆਨ ਵਿੱਚ ਚੱਲਦੇ ਰਹਿਣੇ ਚਾਹੀਦੇ ਨੇ। ਭਾਵ ਜਦੋਂ ਅਸੀਂ ਪੜਾਂਗੇ ਸੁਣਿਆ ਸਿੱਧ ਪੀਰ ਸੁਰਨਾਥ, ਸੁਣਨ ਦੀ ਮਹਿਮਾ ਸਾਡੇ ਧਿਆਨ ਵਿੱਚ ਹੋਵੇ ਵੀ ਸੁਣਨ ਦੇ ਨਾਲ ਤਾਂ ਸਿੱਧਾਂ ਪੀਰਾਂ ਦੇਵਤਿਆਂ ਤੇ ਨਾਥਾਂ ਵਾਂਗ ਉੱਚੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਸੁਣਿਆ ਧਰਤ ਧਵਲ ਆਕਾਸ਼, ਸੁਣਨ ਦੇ ਨਾਲ ਸੋਝੀ ਹੋ ਜਾਂਦੀ ਹੈ ਕਿ ਧਰਤੀ ਅਤੇ ਆਕਾਸ਼ ਦਾ ਆਸਰਾ ਇੱਕ ਵਾਹਿਗੁਰੂ ਹੈ। ਸੁਣਿਆ ਦੀਪ ਲੋ ਪਾਤਾਲ, ਸੁਣਨ ਦੇ ਨਾਲ ਸੋਝੀ ਹੋ ਜਾਂਦੀ ਹੈ ਕਿ ਸਾਰੇ ਦੀਪਾਂ ਲੋਆਂ ਪਤਾਲਾਂ ਵਿੱਚ ਉਹ ਇੱਕੋ ਇੱਕ ਵਾਹਿਗੁਰੂ ਰਮਿਆ ਹੋਇਆ ਹੈ, ਵਿਆਪਕ ਹੈ। ਭਾਵ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੈ
ना ही को थाओ, भी कोई थां ऐसी है ही नहीं जिथे वो वाहिगुरु आप हाजिर नहीं है। सतगुरु महाराज जी बख्शिश करते ने कि जदों असीं गुरु की मत लैके गुरु दे कोलों ज्ञान रूपी सुरमा अपने नेत्रां च पावांगे ना, ज्ञान अंजन गुर दिया अज्ञान अंधेर विनाश, हर किरपा ते संत भेटिया नानक मन प्रकाश। जदों मन विच प्रकाश हो गया, नेत्रां च ज्ञान दा सुरमा आ गया, फिर जिधर भी वेखांगे ने जह जह पेखो तह हजूर, दूर कतो ना जाई, रब रहे सर्वत्र मैं मन सदा ते आई। फिर सारे पासे ही वो वाहिगुरु नजर आवेगा, फिर कोई ऐसी थां नजर ही नहीं आवेगी जिथे वो वाहिगुरु नहीं है। ते अगली पंक्ति है सुनिया पो ना सकै काल। इत्थे इहदा पाठ कई बार अशुद्ध किया जाता है, गुरु साहब कृपा करन। इत्थे पाठ किया सुनिया पोहे ना सकै काल, इत्थे पोहे पाठ नहीं होएगा, पो सुनिया पो ना सकै काल। पो का अर्थ है पोना, व्यापना। जिवें असीं कहीए भी ਇਹਦੇ ਨੇੜੇ ਤਾਂ ਜਿਹੜਾ ਨਾ ਗੁੱਸਾ ਪੋ ਨਹੀਂ ਸਕਦਾ, ਭਾਵ ਇਹਨੂੰ ਗੁੱਸਾ ਵਿਆਪ ਨਹੀਂ ਸਕਦਾ, ਭਾਵ ਇਹਨੂੰ ਕ੍ਰੋਧ ਜਿਹੜਾ ਨਾ ਵੀ ਇਹਨੂੰ ਤੰਗ ਨਹੀਂ ਕਰ ਸਕਦਾ, ਕ੍ਰੋਧ ਇਹਦੇ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ। ਸੁਣਿਆ ਪੋਹ ਨਾ ਸਕਾ ਕਾਲ, ਇੱਥੇ ਜਿਹੜੀ ਸਿਹਾਰੀ ਹੈ ਇਹਦਾ ਉਚਾਰਨ ਨਹੀਂ ਹੋਏਗਾ। ਗੁਰਬਾਣੀ ਵਿੱਚ ਜਿਹੜੀਆਂ ਲਗਾ ਮਾਤਰਾਵਾਂ ਨੇ, ਕੁਝ ਕੁ ਲਗਾ ਮਾਤਰਾਵਾਂ ਉਚਾਰਨ ਆਤਮਕ ਨੇ, ਕੁਝ ਅਰਥਾਤਮਕ ਨੇ। ਜਿਹੜੀਆਂ ਅਰਥਾਤਮਕ ਮਾਤਰਾਵਾਂ ਨੇ ਉਹ ਕੇਵਲ ਅਰਥਾਂ ਵਾਸਤੇ ਨੇ, ਉਹਨਾਂ ਦਾ ਉਚਾਰਨ ਨਹੀਂ ਅਸੀਂ ਕਰਾਂਗੇ। ਕੁਝ ਮਾਤਰਾਵਾਂ ਉਚਾਰਨ ਆਤਮਕ ਨੇ, ਉਹਨਾਂ ਨੂੰ ਅਸੀਂ ਤਿਆਗ ਨਹੀਂ ਸਕਦੇ, ਛੱਡ ਨਹੀਂ ਸਕਦੇ, ਉਹਨਾਂ ਨੂੰ ਅਸੀਂ ਬੁਲਾਵਾਂਗੇ। ਇਸ ਕਰਕੇ ਪਰ ਇੱਥੇ ਜਿਹੜੀ ਹਾਹੇ ਨੂੰ ਸਿਹਾਰੀ ਲੱਗੀ ਹੈ ਇਹਦਾ ਅਸੀਂ ਉਚਾਰਨ ਨਹੀਂ ਕਰਨਾ, ਇਹਨੂੰ ਪੋਹੇ ਨਹੀਂ ਕਰਾਂਗੇ। ਸੁਣਿਆ ਪੋ ਨਾ ਸਕਾ ਕਾਲ, ਕਾਲ ਦਾ ਇੱਥੇ ਅਰਥ ਹੈ ਮੌਤ। ਭਾਵ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਸੁਣਦਾ ਨਾ ਉਹਨੂੰ ਮੌਤ ਦਾ ਡਰ ਨਹੀਂ ਖੋ ਸਕਦਾ, ਉਹਨੂੰ ਮੌਤ ਦਾ ਡਰ ਨਹੀਂ ਡਰਾ ਸਕਦਾ, ਉਹਨੂੰ ਨਹੀਂ ਵਿਆਪ ਸਕਦਾ ਮੌਤ ਦਾ ਡਰ, ਉਹਨੂੰ ਕਾਲ ਦਾ ਭੈ ਨਹੀਂ ਰਹਿ ਜਾਂਦਾ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਸੁਣਦਾ ਹੈ। ਕਿਉਂਕਿ ਨਾਮ ਨੂੰ ਸੁਣਨ ਕਰਕੇ ਉਹਨੂੰ ਵਾਹਿਗੁਰੂ ਦੀ ਰਜ਼ਾ ਜਿਹੜੀ ਹੈ, ਵਾਹਿਗੁਰੂ ਦਾ ਹੁਕਮ ਸਮਝ ਵਿੱਚ ਆ ਜਾਂਦਾ, ਤੇ ਇਸ ਕਰਕੇ ਫਿਰ ਉਹ ਮੌਤ ਕੋਲੋਂ ਡਰਦਾ ਨਹੀਂ, ਘਬਰਾਉਂਦਾ ਨਹੀਂ। ਨਹੀਂ ਤਾਂ ਜਿਹੜਾ ਮੌਤ ਦਾ ਡਰ ਹੈ ਨਾ, ਮੌਤ ਦਾ ਭੈ ਹੈ, ਉਹ ਹਰ ਇੱਕ ਨੂੰ ਵਿਆਪ ਰਿਹਾ। ਮੌਤ ਦਾ ਭੈ ਹਰ ਇੱਕ ਦੇ ਅੰਦਰ ਟਿਕਿਆ ਹੋਇਆ। ਮੌਤ ਦਾ ਨਾਮ ਸੁਣ ਕੇ ਹੀ ਮਨੁੱਖ ਘਬਰਾ ਜਾਂਦਾ। ਪਰ ਜਿਹੜਾ ਉਸ ਵਾਹਿਗੁਰੂ ਦੇ ਨਾਮ ਨੂੰ ਸੁਣਦਾ ਨਾ, ਉਹ ਤਾਂ ਫਿਰ ਉਹਦੇ ਜੀਵਨ ਵਿੱਚ ਇਹੋ ਜਿਹੀ ਇੱਕ ਤਬਦੀਲੀ ਆ ਜਾਂਦੀ ਹੈ, ਜਿਵੇਂ ਅਸੀਂ ਬਚਨ ਪੜ੍ਹਦੇ ਆ ਨਾ ਕਿ ਜਿਸ ਮਰਨਾ ਤੇ ਜਗ ਡਰੈ ਮੇਰਾ ਮਨ ਆਨੰਦ। ਉਹ ਤਾਂ ਸਮਝ ਲੈਂਦਾ ਕਿ ਮਰਨੇ ਹੀ ਤੇ ਪਈਏ ਪੂਰਨ ਪਰਮਾਨੰਦ। ਉਸ ਮੌਤ ਤੋਂ ਭੈ ਨਹੀਂ ਖਾਂਦਾ, ਉਸ ਮੌਤ ਤੋਂ ਡਰਦਾ ਨਹੀਂ ਹੈ। ਉਹਨੂੰ ਪਤਾ ਹੈ ਵੀ ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਣੀ ਹੋਏ, ਵੀ ਚਿੰਤਾ ਤਾਂ ਉਸ ਗੱਲ ਦੀ ਕੀਤੀ ਜਾਵੇ, ਡਰ ਤਾਂ ਉਸ ਚੀਜ਼ ਦਾ ਰੱਖਿਆ ਜਾਵੇ ਜਿਹੜੀ ਚੀਜ਼ ਅਣਹੋਣੀ ਹੋਵੇ। ਅਣਹੋਣੀ ਭਾਵ ਜਿਹੜੀ ਕਦੇ ਹੋਈ ਨਾ ਹੋਵੇ, ਕੋਈ ਨਵੀਂ ਘਟਨਾ ਵਾਪਰ ਜਾਵੇ ਨਹੀਂ। ਇਹ ਮੌਤ ਤਾਂ ਧੁਰ ਤੋਂ ਹੀ ਸਤਿਗੁਰੂ ਮਹਾਰਾਜ ਜੀ ਕਹਿੰਦੇ ਬਾਦਸ਼ਾਹ ਸ਼ਾਹ ਵਪਾਰੀ ਮਰਨਾ ਜੋ ਦਿਸੈ ਸੋ ਕਾਲਾ ਖਰਨਾ। ਇਹ ਮੌਤ ਤਾਂ ਇੱਕ ਅਟਲ ਸੱਚਾਈ ਹੈ। ਇਹ ਤਾਂ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਗਰੀਬਾਂ ਕੰਗਾਲਾਂ ਰਾਜਿਆਂ ਮਹਾਰਾਜਿਆਂ ਸਭ ਨੂੰ ਇਸ ਮੌਤ ਨੇ ਆਪਣੀ ਗ੍ਰਿਫਤ ਵਿੱਚ ਲੈ ਲੈਣਾ। ਇੱਥੇ ਤਾਂ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਤੇ ਇਹ ਉਸੇ ਮਨੁੱਖ ਦੇ ਅੰਦਰ ਇਹ ਤਬਦੀਲੀ ਵਾਪਰਦੀ ਹੈ ਜਿਹੜਾ ਨਾਮ ਨੂੰ ਸੁਣਦਾ ਹੈ, ਜਿਹੜਾ ਪਰਮਾਤਮਾ ਦੇ ਨਾਮ ਨੂੰ ਪ੍ਰੇਮ ਕਰਦਾ ਹੈ। ਉਹ ਸਮਝ ਲੈਂਦਾ ਹੈ ਕਿ ਇਸ ਸੰਸਾਰ ਦੇ ਉੱਤੇ ਸਾਡਾ ਜਿਹੜਾ ਆਉਣਾ ਹੈ ਉਹ ਤਾਂ ਥੋੜ੍ਹੇ ਜਿਹੇ ਗਿਣਵੇਂ ਮਿੱਥੇ ਸਮੇਂ ਦਾ ਹੈ। 4 ਦਿਵਸ ਕੀ ਕਰੋ ਸਾਹਿਬੀ ਜੈਸੇ ਬਨ ਹਰ ਪਾਤ। ਇਹ ਤਾਂ ਸਾਰੀ 4 ਦਿਨਾਂ ਦੀ ਸਾਹਿਬੀ ਹੈ, 4 ਦਿਨਾਂ ਦੀ ਖੇਡ ਹੈ। ਇਹ ਤਾਂ ਆਵਨ ਜਾਣਾ ਇੱਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ। ਤੇ ਉਹ ਇਸ ਰਜਾ ਨੂੰ ਇਸ ਕੌਤਕ ਨੂੰ ਉਹ ਮਨੁੱਖ ਸਮਝ ਲੈਂਦਾ ਜਿਹੜਾ ਨਾਮ ਨੂੰ ਸੁਣਦਾ ਹੈ। ਹੁਣ ਇਸ 8ਵੀਂ ਪੌੜੀ ਦੀਆਂ ਆਖਰੀ ਪੰਕਤੀਆਂ ਨੇ
ਨਾਨਕ ਭਗਤਾਂ ਸਦਾ ਵਿਗਾਸ। ਇੱਥੇ ਇਹਦਾ ਅਸੀਂ ਪਾਠ ਜਿਹੜਾ ਨਾ ਨਾਨਕ ਤੇ ਵਿਸਰਾਮ ਦੇਣਾ ਪਏਗਾ। ਨਾਨਕ ਦੇ ਕੱਕੇ ਨੂੰ ਕੋਈ ਮਾਤਰਾ ਆਦ ਨਹੀਂ ਲੱਗੀ ਹੋਈ, ਇਸ ਕਰਕੇ ਨਾਨਕ ਤੇ ਅਸੀਂ ਰੁਕਾਂਗੇ, ਵਿਸਰਾਮ ਦੇਾਂਗੇ। ਨਾਨਕ ਭਗਤਾਂ ਸਦਾ ਵਿਗਾਸ। ਜਿਹੜਾ ਭਗਤਾਂ ਦਾ ਉਚਾਰਨ ਹੈ ਉਹ ਤੱਤੇ ਨੂੰ ਕੰਨਾਂ ਉੱਪਰ ਬਿੰਦੀ ਦਾ ਉਚਾਰਨ ਹੋਏਗਾ। ਬਹੁਤੇ ਭਗਤਾਂ ਦਾ ਜ਼ਿਕਰ ਹੈ। ਕਈ ਵਾਰ ਅਸੀਂ ਇਹਦਾ ਪਾਠ ਜਦੋਂ ਵਿਸਰਾਮ ਦਿੱਤੇ ਤੋਂ ਬਿਨਾਂ ਕਰਦੇ ਹਾਂ, ਨਾਨਕ ਭਗਤਾ, ਜਿਵੇਂ ਕਿਸੇ ਨੂੰ ਆਵਾਜ਼ ਮਾਰੀ ਹੈ ਨਾ ਵੀ ਫਲਾਣਿਆ ਭਗਤਾ, ਉਹ ਇੱਦਾਂ ਦੀ ਜਿਹੜੀ ਆਵਾਜ਼ ਆਉਂਦੀ ਹੈ। ਇਸ ਕਰਕੇ ਨਾਨਕ ਤੇ ਉਸ ਤੋਂ ਬਾਅਦ ਰੁਕਣਾ, ਵਿਸਰਾਮ ਦੇਣਾ ਬਹੁਤ ਲਾਜ਼ਮੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਭਾਵ ਵੀ ਭਗਤਾਂ ਦੇ ਮਨ ਵਿੱਚ ਸਦਾ ਹੀ ਵਿਗਾਸ ਰਹਿੰਦਾ, ਖੇੜਾ ਰਹਿੰਦਾ। ਉਹ ਮੌਤ ਕੋਲੋਂ ਡਰਦੇ ਨਹੀਂ, ਘਬਰਾਉਂਦੇ ਨਹੀਂ, ਕੋਈ ਵੀ ਚਿੰਤਾ ਉਹਨਾਂ ਨੂੰ ਨਹੀਂ ਵਿਆਪ ਸਕਦੀ। ਜਿਹੜੇ ਨਾਮ ਨੂੰ ਸੁਣਨ ਵਾਲੇ ਭਗਤ ਜਨ ਨੇ ਉਹ ਸਦਾ ਹੀ ਖੇੜੇ ਵਿੱਚ ਰਹਿੰਦੇ ਨੇ, ਵਿਗਾਸ ਵਿੱਚ ਰਹਿੰਦੇ ਨੇ, ਆਨੰਦ ਵਿੱਚ ਰਹਿੰਦੇ ਨੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਭਗਤ ਜਨ ਸਦਾ ਹੀ ਖੇੜੇ ਵਿੱਚ ਰਹਿੰਦੇ ਨੇ, ਵਿਗਾਸ ਵਿੱਚ ਰਹਿੰਦੇ ਨੇ। ਕਿਉਂ ਰਹਿੰਦੇ ਨੇ ਖੇੜੇ ਵਿੱਚ? ਕਿਉਂਕਿ ਉਹ ਨਾਮ ਨੂੰ ਸੁਣਦੇ ਨੇ, ਉਹ ਨਾਮ ਨੂੰ ਸੁਣਦੇ ਨੇ। ਨਾਮ ਨੂੰ ਸੁਣਨ ਕਰਕੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਹ ਦੁੱਖ ਤੇ ਪਾਪ ਹੀ ਹਨ ਜਿਹੜੇ ਮਨੁੱਖ ਨੂੰ ਚਿੰਤਾ ਵਿੱਚ, ਫਿਕਰਾਂ ਦੇ ਵਿੱਚ ਪਾਉਂਦੇ ਨੇ। ਤੇ ਜਿਹੜੇ ਨਾਮ ਨੂੰ ਸੁਣਦੇ ਨੇ ਉਹਨਾਂ ਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਜਿਹਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਗਿਆ ਉਹਦੇ ਮਨ ਵਿੱਚ ਆਪੇ ਹੀ ਖੇੜਾ ਰਹੇਗਾ, ਵਿਗਾਸਤਾ ਰਹੇਗੀ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਸ 8ਵੀਂ ਪੌੜੀ ਦੇ ਵਿੱਚ ਸੁਣਨ ਦੀ ਮਹਾਨਤਾ, ਸੁਣਨ ਦੀ ਮਹਿਮਾ ਬਿਆਨ ਕਰਦੇ ਨੇ। ਤੇ ਸਾਨੂੰ ਗੁਰੂ ਸਾਹਿਬ ਮਹਾਰਾਜ ਜੀ ਦਾ ਹੁਕਮ ਵੀ ਹੈ। ਇਹ ਸਾਡੇ ਸਰੀਰ ਉੱਤੇ ਲਾਏ ਹੋਏ ਜਿਹੜੇ 2 ਕੰਨ ਨੇ, ਇਹ ਵੀ ਇੱਕ ਖਾਸ ਮਕਸਦ ਵਾਸਤੇ ਲਾਏ ਨੇ। ਤੇ ਉਹ ਜਿਹੜਾ ਮਕਸਦ ਹੈ, ਜਿਸ ਵਾਸਤੇ ਸਾਨੂੰ ਉਸ ਵਾਹਿਗੁਰੂ ਨੇ ਇਹ ਕੰਨ ਬਖਸ਼ੇ ਨੇ, ਉਹ ਮਕਸਦ ਸਾਨੂੰ ਚੇਤਾ ਵੀ ਕਰਾਇਆ ਜਾਂਦਾ ਰੋਜ਼। ਗੁਰੂ ਸਾਹਿਬ ਕਿਰਪਾ ਕਰਦੇ ਨੇ ਨਾ, ਇਹ ਸਰਵਣੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ, ਅਤੇ ਨਾਲ ਬਚਨ ਇਹ ਵੀ ਪੜ੍ਹਦੇ ਆ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਇਸ ਕਰਕੇ ਅਸੀਂ ਸੁਣਨ ਦੀ ਮਹਿਮਾ ਤੋਂ ਜਾਣੂ ਹੋਈਏ। ਸਾਨੂੰ ਇਹ ਬੋਧ ਹੋ ਜਾਵੇ, ਗਿਆਨ ਹੋ ਜਾਵੇ ਕਿ ਇਹਨਾਂ ਕੰਨਾਂ ਦੇ ਨਾਲ ਕੀ ਅਸੀਂ ਸੁਣਨਾ, ਕੀ ਨਹੀਂ ਸੁਣਨਾ। ਇੰਨੀ ਕੁ ਸਾਨੂੰ ਸੋਝੀ ਆ ਜਾਵੇ। ਅਸੀਂ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਸਦਕਾ 8ਵੀਂ ਪੌੜੀ ਦੀ ਵਿਚਾਰ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।